ਪਰ ਤੁਹਾਨੂੰ ਜਿਨ੍ਹਾਂ ਲੋਕਾਂ ਨਾਲ ਮਿਲਾਉਣ ਜਾ ਰਹੇ ਆ ਉਹ ਕੋਈ ਆਮ ਲੋਕ ਨਹੀਂ ਹੈਗੇ। ਕਿ ਸਾਡੇ ਮਾਨਸਿਕਤਾ ਅਜਿਹੀ ਬਣੀ ਹੋਈ ਹੈ ਕਿ ਅਸੀਂ ਲੋਕ ਕੰਮ ਦੇਖ ਕੇ ਉਹਦਾ ਕੱਦ ਮਾਪਦੇ ਹਾਂ। ਆਰਮੀ ਦੇ ਵਿੱਚ ਜੌਬ ਕੀਤੀ ਹੈ। ਉਸ ਤੋਂ ਬਾਅਦ ਵਿੱਚ ਜਦੋਂ ਕੁਛ ਘਰ ਦੇ ਹਾਲਾਤ ਦੇਖ ਕੇ ਮੈਨੂੰ ਜਿਹੜੀ ਆ ਜੌਬ ਕੁਇਟ ਕਰਨੀ ਪਈ, ਮੈਂ ਛੱਡ ਕੇ ਆਇਆ। ਦੇਖੋ ਭਾਜੀ, ਜਿਹੜੀ ਜੌਬ ਹੈ, ਜੌਬ ਆਪਣੀ ਜਗ੍ਹਾ ਸਾਰਿਆਂ ਨੂੰ ਜੌਬ ਨਹੀਂ ਮਿਲਦੀ। ਹੁਣ ਭਾਜੀ ਮੇਰੇ ਨਾਲ ਨੇ, ਇਹਨਾਂ ਨੇ 52 ਚਾਂਸ ਜੌਬ ਦੇ ਵੇਖੇ ਔਰ ਚੰਗੀ ਸਟੱਡੀ ਇਹਨਾਂ ਦੀ। ਬਰਫ਼ ਤਾਂ ਪਾਉਂਦਾ ਹੀ ਪਾਉਂਦਾ। ਬਰਫ਼ ਦਾ ਜਿਹੜਾ ਤੁਸੀਂ ਬਦਲ ਲੱਭਿਆ ਉਹ ਬਰਫ਼ ਦੱਸੋ। ਉਹ ਸਾਡੀ ਕਿਸੇ ਚੀਜ਼ ਨੂੰ ਠੰਡੀ ਲਾਉਣ ਵਾਸਤੇ ਤਾਂ ਠੀਕ ਹੈਗੀ, ਪਰ ਡਾਇਰੈਕਟ ਇਨਟੇਕ ਕਰਨ ਵਾਸਤੇ ਉਹ ਚੰਗੀ ਚੀਜ਼ ਨਹੀਂ ਹੈਗੀ, ਉਹ ਗਲਤ ਹੈ। ਬਾਈ ਜੀ ਇੰਗਲਿਸ਼ ਸਟੈਨੋ ਗ੍ਰੈਜੂਏਸ਼ਨ ਬਹੁਤ ਸਾਰੇ ਨੌਜਵਾਨ ਪੀੜ੍ਹੀ ਕਰੀ ਫਿਰਦੀ ਹੈ, ਪਰ ਉਹਨਾਂ ਦਾ ਉਲਾਂਭਾ ਜਿਹਾ ਲੱਗਦਾ ਹੁੰਦਾ ਹੈ ਵੀ ਉਹ ਯਾਰ ਕਹਿੰਦੇ ਨੇ ਵੀ ਸਾਨੂੰ ਅਸੀਂ ਕੀ ਕੰਮ ਕਰੀਏ। ਉਹ ਤਾਂ ਬਸ ਕੈਪਟਨ ਵਾਲੀ ਜਿਹੜੀ ਘਰ ਘਰ ਨੌਕਰੀ ਹੈ ਉਹਨੂੰ ਉਡੀਕੀ ਜਾ ਰਹੇ ਨੇ। ਉਹਨਾਂ ਨੂੰ ਕੀ ਕਹਾਂਗੇ? ਜਿਹੜਾ ਬੰਦਾ 10 ਲੱਖ ਰੁਪਇਆ ਵੀ ਲੈਂਦਾ ਉਹ ਫਿਰ ਵੀ ਨੌਕਰੀ ਹੀ ਕਰ ਰਿਹਾ, ਨੌਕਰ ਹੀ ਹੈ। ਔਰ ਮੈਂ ਉਹਨੂੰ ਮਾੜਾ ਨਹੀਂ ਕਹਿ ਰਿਹਾ, ਪਰ ਕਹਿਣ ਦਾ ਮਤਲਬ ਇਹ ਹੈ ਵੀ ਜਿਹੜਾ ਤੁਹਾਡਾ ਵਰਕਿੰਗ ਸਟਾਈਲ ਆ ਆਪਣੇ ਕੰਮ ਦੇ ਵਿੱਚ ਤੇ ਜੌਬ ਦੇ ਵਿੱਚ ਉਹ ਡਿਫਰੈਂਸ ਰਹਿੰਦਾ ਹੀ ਰਹਿੰਦਾ ਹੈਗਾ। ਅੱਜ ਵੀ ਅਸੀਂ ਸਿਰਫ ਲੋਕੀ ਮਾਰਕੀਟ ਦੇ ਵਿੱਚ 60% ਉਹਨਾਂ ਦੀ 70% ਉਹਨਾਂ ਦੀ ਇਨਕਮ ਆ, ਪ੍ਰੋਫਿਟ ਆ, ਬਟ ਅਸੀਂ ਉਲਟਾ ਚਲਾ ਰਹੇ, ਅਸੀਂ 40% ਮਾਰਜਨ ਤੇ ਹੀ ਇੱਥੇ ਜਿਹੜਾ ਹੈਗਾ ਕੰਮ। ਵਧੀਆ ਲਗਜ਼ਰੀਜ਼ ਕਾਰਾਂ ਸੀਗੀਆਂ, ਵਰਨਾ ਕਾਰ ਮੇਰੇ ਕੋਲ ਆਪਦੀ ਪਰਸਨਲ ਸੀਗੀ ਉੱਥੇ। ਔਰ ਉਹ ਚੀਜ਼ਾਂ ਨੂੰ, ਉਹ ਸਾਰੀ ਲਾਈਫ ਨੂੰ ਛੱਡ ਕੇ ਇਸ ਪਾਸੇ ਆਏ ਆ ਔਰ ਮੈਂ ਇਹ ਸ਼ੁਰੂ ਕੀਤਾ ਜ਼ੀਰੋ ਤੋਂ। ਔਰ ਅੱਗੇ ਵੀ ਕੁਝ ਜ਼ੀਰੋ ਤੋਂ ਦੁਬਾਰਾ ਸ਼ੁਰੂ ਕਰਨਾ ਪਵੇ ਤਾਂ ਆਪਾਂ ਉਸ ਚੀਜ਼ ਦੇ ਲਈ ਵੀ ਰੈਡੀ ਆ, ਕਿਉਂਕਿ ਜੇ ਜਿੱਤਣਾ ਆ ਤਾਂ ਆਖਰੀ ਬਾਲ ਤੱਕ ਖੇਡਣਾ ਪੈਣਾ। ਵੀ ਔਲੇ ਦਾ ਖਾਦਾ ਤੇ ਸਿਆਣੇ ਦਾ ਕਿਹਾ ਬਾਅਦ ਚ ਸਮਝ ਆਉਂਦੀ, ਵੀ ਹੌਲੀ ਹੌਲੀ ਚੀਜ਼ਾਂ ਨੂੰ ਰੀਅਲਾਈਜ਼ ਕੀਤਾ। ਸਤਿ ਸ਼੍ਰੀ ਅਕਾਲ, ਮੈਂ ਸੁੱਖੀ ਮੰਘਾਣੀਆਂ, ਤੁਸੀਂ ਵੇਖ ਰਹੇ ਹੋ ਸਰਲੇਖ। ਇਸ ਵਕਤ ਅਸੀਂ ਜੀਰੇ ਖੜੇ ਹਾਂ। ਜੀਰੇ ਦੇ ਮੇਨ ਚੌਂਕ ਦੇ ਵਿੱਚ, ਮੇਨ ਰੋਡ ਦੇ ਉੱਤੇ ਇੱਕ ਅਸੀਂ ਦੇਖਿਆ ਕਿ ਟਰੈਕਟਰ ਦੇ ਮਗਰ ਇੱਕ ਬਹੁਤ ਸੋਹਣਾ ਪੰਜਾਬੀਆਂ ਨੇ, ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਪੰਜਾਬੀ ਜੁਗਾੜੀ ਹੁੰਦੇ ਨੇ, ਜਾਂ ਲੋਡ ਕਾਰਡ ਦੀ ਮਾਂ ਹੁੰਦੀ ਹੈ, ਜਾਂ ਜਦੋਂ ਕਿਸੇ ਨੇ ਰੋਜੀ ਰੋਟੀ ਲਈ ਰੁਜ਼ਗਾਰ ਕਮਾਉਣਾ ਹੋਵੇ ਉਦੋਂ ਕੋਈ ਨਾ ਕੋਈ ਬੰਦਾ ਹੀਲਾ ਵਸੀਲਾ ਕਰਦਾ ਹੈ। ਅਸੀਂ ਦੇਖਿਆ ਕਿ ਤਾਜ਼ਾ ਫਲਾਂ ਦਾ ਰਸ ਬਿਨਾਂ ਬਰਫ਼ ਤੋਂ, ਗੰਨੇ ਨਾਲ, ਅਸੀਂ ਆਖਿਆ ਵੀ ਤਾਜ਼ੇ ਫਲਾਂ ਦਾ ਗੰਨੇ ਦੇ ਨਾਲ ਕੀ ਸੰਬੰਧ ਹੈ। ਅਸੀਂ ਫਿਰ ਇਹੀ ਜਾਣਨ ਵਾਸਤੇ ਤੁਹਾਡੇ ਨਾਲ ਮਿਲਾਉਂਦੇ ਆ ਇਹਨਾਂ ਬਾਈਆਂ ਨੂੰ, ਜਿਨ੍ਹਾਂ ਦਾ ਜੂਸ ਬਾ ਕਮਾਲ ਹੈ। ਬਹੁਤ ਸਾਰੇ ਲੋਕ ਇੱਥੇ ਖੜਦੇ ਨੇ, ਜੂਸ ਦਾ ਆਨੰਦ ਮਾਣਦੇ ਨੇ। ਆਜੋ ਬਾਈਆਂ ਨਾਲ ਕਰਦੇ ਹਾਂ ਗੱਲਬਾਤ ਕਿ ਇਹ ਘਰ ਦਾ ਸਿਸਟਮ ਆਪਣੇ ਆਪ ਜਾਂ ਕੋਈ ਕਿਵੇਂ ਇਹ ਹੋਂਦ 'ਚ ਆਇਆ ਸਿਸਟਮ ਇਹ ਸਾਰਾ। ਇਹ ਦੇਸ਼ ਦੇ ਵਿੱਚ ਇੱਕ ਕੌੜਾ ਸੱਚ ਵੀ ਹੈ ਕਿ ਸਾਡੀ ਜਿਹੜੀ ਮਾਨਸਿਕਤਾ ਸ਼ੁਰੂ ਤੋਂ ਉਹ ਸਰਕਾਰੀ ਨੌਕਰੀ ਦੀ ਹੀ ਬਣਾਈ ਜਾਂਦੀ ਹੈ। ਨੌਜਵਾਨੋ, ਦੋਸਤੋ, ਜਿਹੜੇ ਲੋਕ ਸਿਰਫ ਇਹ ਉਡੀਕੀ ਜਾਂਦੇ ਨੇ ਕਿ ਕੈਪਟਨ ਵਾਲੀ ਘਰ ਘਰ ਨੌਕਰੀ ਹੀ ਮਿਲੂਗੀ, ਜਿੰਨਾ ਚਿਰ ਉਹ ਨਹੀਂ ਮਿਲਦੀ
ਉਹਦੀ ਆਸ ਲਾਈ ਬੈਠੇ ਦੋਸਤਾਂ ਨੂੰ ਇੱਕ ਸਲਾਹ ਹੈ ਕਿ ਜਿਹੜਾ ਵੀ ਜੇ ਤੁਹਾਨੂੰ ਲੱਗਦਾ ਕੋਈ ਕੰਮ ਕਰਨ ਨੂੰ ਨਹੀਂ ਮਿਲਦਾ, ਬਹੁਤੇ ਲੋਕਾਂ ਦਾ ਸ਼ਿਕਵਾ ਹੁੰਦਾ ਹੈ ਕਿ ਅਸੀਂ ਕਿਹੜਾ ਕੰਮ ਕਰੀਏ, ਛੋਟੇ ਜਿਹੇ ਨਿੱਕੇ ਨਿੱਕੇ ਕੰਮ ਉਹਨਾਂ ਨੂੰ ਲੱਗਦਾ ਹੈ ਵੀ ਇਹ ਕੰਮ ਅਸੀਂ ਕਿਉਂ ਕਰੀਏ। ਪਰ ਤੁਹਾਨੂੰ ਜਿਨ੍ਹਾਂ ਲੋਕਾਂ ਨਾਲ ਮਿਲਾਉਣ ਜਾ ਰਹੇ ਆ ਉਹ ਕੋਈ ਆਮ ਲੋਕ ਨਹੀਂ ਹੈਗੇ, ਕੁਝ ਖਾਸ ਗੱਲਾਂ ਨੇ ਉਹਨਾਂ ਦੀਆਂ, ਤੇ ਤੁਹਾਨੂੰ ਇਹਨਾਂ ਦੀਆਂ ਗੱਲਾਂ ਸੁਣ ਕੇ ਪਤਾ ਲੱਗੂਗਾ ਕਿ ਕੰਮ ਛੋਟਾ ਵੱਡਾ ਨਹੀਂ ਹੁੰਦਾ। ਤੇ ਸਾਡੇ ਮਾਨਸਿਕਤਾ ਅਜਿਹੀ ਬਣੀ ਹੋਈ ਹੈ ਕਿ ਅਸੀਂ ਲੋਕ ਕੰਮ ਦੇਖ ਕੇ ਉਹਦਾ ਕੱਦ ਮਾਪਦੇ ਹਾਂ। ਅਸੀਂ ਲੰਘ ਰਹੇ ਸੀਗੇ, ਅਚਨਚੇਤ ਤੁਹਾਡੇ ਇਸ ਖੂਬਸੂਰਤ ਸਿਸਟਮ ਦੇ ਉੱਤੇ ਸਾਡਾ ਨਿਗਾਹ ਪਈ। ਪਹਿਲਾਂ ਤਾਂ ਇਹ ਦੱਸੋ ਵੀ ਤੁਸੀਂ ਇਸ ਤੋਂ ਪਹਿਲਾਂ ਕੀ ਕੰਮ ਕਰਦੇ ਸੀਗੇ? ਇਹ ਐਡਾ ਵਧੀਆ ਜੁਗਾੜ ਕਿਵੇਂ ਦਿਮਾਗ 'ਚ ਆਇਆ ਆਈਡੀਆ? ਪਹਿਲਾਂ ਜੀ ਤੁਹਾਡਾ ਹੱਥ ਜੋੜ ਕੇ ਜੀ ਆਇਆਂ ਨੂੰ, ਤੁਹਾਡਾ ਬਹੁਤ ਬਹੁਤ ਵੈਲਕਮ। ਔਰ ਇਹ ਸਿਸਟਮ ਦੇ ਵਿੱਚ ਆਪਾਂ ਪਹਿਲਾਂ ਆਮ ਤੁਸੀਂ ਵੀ ਗੱਲ ਜਿਵੇਂ ਕਰਦੇ ਹੋ ਵੀ ਜਿਹੜੀ ਲੋੜ ਹੁੰਦੀ ਹੈ ਉਹ ਕਾਢ ਦੀ ਮਾਂ ਹੁੰਦੀ ਹੈ। ਔਰ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਆਰਮੀ ਦੇ ਵਿੱਚ ਜੌਬ ਕੀਤੀ ਹੈ। ਉਸ ਤੋਂ ਬਾਅਦ ਦੇ ਵਿੱਚ ਜਦੋਂ ਕੁਛ ਘਰ ਦੇ ਹਾਲਾਤ ਦੇਖ ਕੇ ਮੈਨੂੰ ਜਿਹੜੀ ਆ ਜੌਬ ਕੁਇਟ ਕਰਨੀ ਪਈ, ਮੈਂ ਛੱਡ ਕੇ ਆਇਆ ਅਤੇ ਪੈਨਸ਼ਨ ਆ ਕੇ ਉਸ ਤੋਂ ਬਾਅਦ ਦੇ ਵਿੱਚ ਮੈਂ ਜਿਹੜਾ ਇੱਥੇ ਆ ਕੇ ਕੰਮ ਦੇਖੇ, ਇੱਕ ਦੋ ਹੋਰ ਕੰਮ ਲਾਏ। ਫਿਰ ਇੱਕ ਨੈਟਵਰਕਿੰਗ ਦੇ ਵਿੱਚ ਬਹੁਤ ਅੱਛੀ ਕੰਪਨੀ ਉਹਦਾ ਨਾਂ ਹੈ, ਅਤੇ ਉਹਦੇ ਵਿੱਚ ਮੈਂ ਤਕਰੀਬਨ 9 ਸਾਲ ਕੰਮ ਕੀਤਾ ਔਰ ਚੰਗੇ ਲੈਵਲ ਦੇ ਉੱਤੇ ਕੰਮ ਕੀਤਾ, ਬਹੁਤ ਵਧੀਆ ਇਨਕਮ ਉਹਦੇ ਇੱਥੋਂ ਲਈ ਹੈ ਅਸੀਂ। ਉਸ ਤੋਂ ਬਾਅਦ ਜਦੋਂ ਆਪਣੇ ਲੋਕਡਾਊਨ ਆ ਗਿਆ, ਇਹਦੀ ਪ੍ਰੋਬਲਮ ਪੈ ਗਈ ਆਪਣੇ, ਜਦੋਂ ਕਰੋਨਾ ਦਾ ਮਾਰ ਪਈ ਹੈ, ਉਸ ਤੋਂ ਬਾਅਦ ਦੇ ਵਿੱਚ ਹੋਇਆ ਕਿ ਵੀ ਸਾਡੇ ਜਿਹੜੇ ਆਉਣਾ ਜਾਣਾ ਸਾਰਾ ਬੰਦ ਹੋ ਗਿਆ, ਜਿਹੜੀਆਂ ਸਾਡੀਆਂ ਟੀਮਾਂ ਨੂੰ ਮਿਲਣਾ ਜਾਂ ਸਾਡੇ ਸੈਮੀਨਾਰ ਕਰਨੇ ਉਹ ਸਾਰੇ ਬੰਦ ਹੋ ਗਏ, ਜਿਹਦਾ ਕਰਕੇ ਅਸੀਂ ਆਪਣੇ ਘਰੇ ਬੈਠ ਕੇ ਇਹ ਸੋਚਣ ਲੱਗ ਗਏ ਵੀ ਅੱਗੇ ਕੀ ਕੀਤਾ ਜਾਊਗਾ। ਉਸ ਤੋਂ ਬਾਅਦ 'ਚ ਸੋਚਦਿਆਂ ਅਸੀਂ ਆਪਸ ਵਿੱਚ ਲਿੰਕ ਦੇ ਵਿੱਚ ਤਾਂ ਹੈਗੇ ਸੀ, ਤਿੰਨੇ ਅਸੀਂ ਦੋਸਤ ਹੈਗੇ ਹਾਂ। ਔਰ ਅਸੀਂ ਬਹੁਤ ਲੰਮਾ ਸਮਾਂ ਇੱਕੋ ਗੱਡੀ ਦੇ ਵਿੱਚ ਜਾਣਾ, ਇੱਕੋ ਹੋਟਲ ਦੇ ਵਿੱਚ ਰਹਿਣਾ ਜਾਂ ਕਿੱਥੇ ਜੋ ਵੀ ਕਰਨਾ ਅਸੀਂ ਇਕੱਠੇ ਹੀ ਵੀ ਘੁੰਮਦੇ ਰਹਿੰਦੇ ਸੀਗੇ। ਔਰ ਆਪਣੇ ਵਿਚਾਰਾਂ ਬਾਰੇ ਅਸੀਂ ਆਪਣੇ ਸੁਭਾਅ ਬਾਰੇ ਇੱਕ ਦੂਜੇ ਬਾਰੇ ਅਸੀਂ ਤਿੰਨੇ ਜਾਣਦੇ ਸੀਗੇ। ਪਰ ਸਾਨੂੰ ਕੰਮ ਦੀ ਲੋੜ ਸੀਗੀ, ਉਹਦਾ ਕਰਕੇ ਅਸੀਂ ਦੇਖਦੇ ਰਹੇ, ਸਰਚ ਕਰਦੇ ਰਹੇ, ਅਤੇ ਕਾਫੀ ਸਿਸਟਮ ਸਾਡੇ ਸਾਹਮਣੇ ਆਏ ਜਿਨ੍ਹਾਂ ਨੂੰ ਅਸੀਂ ਦੇਖਿਆ, ਸੋਚਿਆ, ਵਿਚਾਰਿਆ। ਉਸ ਤੋਂ ਬਾਅਦ 'ਚ ਅਸੀਂ ਸੋਚਿਆ ਵੀ ਸ਼ਾਇਦ ਇਹ ਆਪਣੇ ਵਾਸਤੇ ਨਾ ਹੋਵੇ ਜਾਂ ਆਪਣੇ ਤੋਂ ਨਾ ਕੀਤਾ ਜਾਵੇ, ਪਰ ਆਪਾਂ ਕੁਝ ਕਰੀਏ ਵੀ ਤਾਂ ਵਧੀਆ ਕਰੇ ਜਿਹਦੇ ਵਿੱਚ ਲੋਕਾਂ ਨੂੰ ਵੀ ਫਾਇਦਾ ਹੋਵੇ ਅਤੇ ਆਪਾਂ ਨੂੰ ਵੀ ਫਾਇਦਾ ਹੋਵੇ। ਬਾਈ ਜੀ ਤੁਸੀਂ ਰਿਟਾਇਰਡ ਫੌਜੀ ਹੋ ਤੇ ਸਾਡੀ ਨੌਜਵਾਨ ਪੀੜ੍ਹੀ ਇਹੋ ਜਿਹੇ ਕੰਮਕਾਰ ਤੋਂ ਬਹੁਤ ਸਾਰੇ ਇਹੀ ਲੋਕ ਸੋਚੀ ਜਾਂਦੇ ਨੇ ਵੀ ਅਸੀਂ ਕਿਉਂ ਕਰੀਏ। ਮਾਂ ਪਿਓ ਸਿਰ ਭਾਂਡਾ ਫੋੜਦੇ ਨੇ ਕਿ ਸਾਨੂੰ ਕੋਈ ਅਜਿਹਾ ਕੰਮ ਹੋਵੇ ਜਿਹਦੀ ਠੁੱਕ ਜੀ ਬਣਦੀ ਹੋਵੇ, ਤੇ ਤੁਹਾਨੂੰ ਨਹੀਂ ਲੱਗਿਆ ਇਸ ਗੱਲ ਦੇ ਵਿੱਚ? ਦੇਖੋ ਭਾਈ ਜੀ, ਜਿਹੜੀ ਜੌਬ ਹੈ, ਜੌਬ ਆਪਣੀ ਜਗ੍ਹਾ ਸਾਰਿਆਂ ਨੂੰ ਜੌਬ ਨਹੀਂ ਮਿਲਦੀ। ਹੁਣ ਭਾਜੀ ਮੇਰੇ ਨਾਲ ਨੇ, ਇਹਨਾਂ ਨੇ 52 ਚਾਂਸ ਜੌਬ ਦੇ ਵੇਖੇ ਔਰ ਚੰਗੀ ਸਟੱਡੀ ਇਹਨਾਂ ਦੀ, ਅਤੇ ਕੋਈ ਵੀ ਤੁਸੀਂ ਇੰਗਲਿਸ਼ ਦੇ ਵਿੱਚ ਗੱਲ ਕਰ ਸਕਦੇ ਹੋ ਜਾਂ ਕਿਤੇ ਵੀ ਕਾਫੀ ਇਹਨਾਂ ਕੋਲੇ ਜਾਣੀ ਇੰਗਲਿਸ਼ ਸਟੈਨੋ ਵੀ ਇਹਨਾਂ ਦੀ ਹੈਗੀ ਹੈ, ਪਰ ਇਹਨਾਂ ਨੂੰ ਵੀ ਜੌਬ ਨਹੀਂ ਮਿਲੀ। ਮੈਂ ਚਲੋ ਜੌਬ ਕਰਿਆ ਆਪਣੇ ਟਾਈਮ ਦੇ ਵਿੱਚ ਕਰਿਆ, ਇੱਕ ਚੰਗੀ ਮੇਰੀ ਸੋਚ ਵੀ ਸੀ, ਮੇਰਾ ਸ਼ੌਂਕ ਵੀ ਸੀਗਾ, ਉਹ ਵੀ ਮੈਂ ਪੂਰਾ ਕਰ ਲਿਆ। ਉਸ ਤੋਂ ਬਾਅਦ 'ਚ ਮੈਂ ਜੌਬ ਜਿਹੜੀ ਹਜੇ 8-10 ਸਾਲ ਹੋਰ ਕਰ ਸਕਦਾ ਸੀਗਾ, ਬਟ ਮੈਂ ਨਹੀਂ ਕੀਤੀ, ਮੇਰਾ ਮਨ ਨਹੀਂ ਕੀਤਾ ਕਿਉਂਕਿ ਘਰੇ ਪ੍ਰੋਬਲਮ ਇਹੋ ਜਿਹੀਆਂ ਆ ਗਈਆਂ ਅਤੇ ਫਾਦਰ ਸਾਹਿਬ ਦੀ ਡੈਥ ਹੋ ਗਈ। ਮੈਨੂੰ ਜੌਬ ਜਿਹੜੀ ਉਹ ਕੁਇਟ ਕਰਨੀ ਪਈ ਕਿਸ ਮਜਬੂਰੀਆਂ ਦੇ ਕਾਰਨ। ਉਸ ਤੋਂ ਬਾਅਦ 'ਚ ਆ ਕੇ ਜਦੋਂ ਫਿਰ ਸੋਚਿਆ, ਫਿਰ ਮੈਂ ਇਹ ਸੋਚ ਕੇ ਆਇਆ ਸੀਗਾ ਵੀ ਮੈਂ ਜੌਬ ਨਹੀਂ ਕਰਨੀ ਅੱਗੇ। ਮੇਰੇ ਮਨ 'ਚ ਆ ਗਈ ਸੀ ਵੀ ਮੈਂ ਜੌਬ ਨਹੀਂ ਕਰਨੀ, ਜੋ ਵੀ ਕਰਾਂਗਾ ਆਪਣਾ ਕੰਮ ਕਰਾਂਗਾ, ਕਿਉਂਕਿ ਜੌਬ ਦੇ ਵਿੱਚ ਫਿਰ ਉਹੀ ਤਕਰੀਬਨ 17 ਕੁ ਸਾਲ ਦਾ ਸੀਗਾ ਜਦੋਂ ਮੈਂ ਫੌਜ 'ਚ ਚਲ ਗਿਆ ਸੀਗਾ। ਉਸ ਤੋਂ ਬਾਅਦ ਦੇ ਵਿੱਚ ਉੱਥੇ ਜੌਬ ਕਰਕੇ ਵਧੀਆ ਲੈਵਲ 'ਤੇ ਕੀਤੀ, ਚੰਗੀ ਕੀਤੀ ਹੈ, ਬਹੁਤ ਵਧੀਆ ਨੌਕਰੀ ਕੀਤੀ ਹੈ। ਔਰ ਆਉਣ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਉਹੀ ਦੇਖਦੇ ਹਾਂ, ਕੋਈ ਵੀ ਰਿਟਾਇਰ ਮੈਂ ਇਕੱਲਾ ਨਹੀਂ ਗਾ, ਬਹੁਤ ਸਾਰੇ ਆ ਕੇ ਜਿਹੜੇ ਫਿਰ ਕੋਈ ਬੈਂਕ ਦੇ ਵਿੱਚ ਜੌਬ ਭਾਲਦਾ, ਕੋਈ ਕਿਤੇ ਹੋਰ ਫੈਕਟਰੀ ਦੇ ਵਿੱਚ, ਕੋਈ ਕਿਸੇ ਵੀ ਸੈਕਟਰ ਦੇ ਵਿੱਚ ਉਹ ਜਾਣਾ ਚਾਹੁੰਦਾ ਹੈਗਾ, ਪਰ ਮੈਂ ਜਾਣਾ ਨਹੀਂ ਸੀ ਚਾਹੁੰਦਾ। ਮੈਂ ਕਹਿੰਦਾ ਕੋਈ ਆਪਣਾ ਕੰਮ ਕੀਤਾ ਜਾਵੇ, ਚਾਹੇ ਛੋਟਾ ਹੋਵੇ ਵੱਡਾ ਹੋਵੇ, ਕੰਮ ਛੋਟਾ ਵੱਡਾ ਨਹੀਂ ਹੁੰਦਾ। ਇਸ ਕਰਕੇ ਅਸੀਂ ਦੇਖਿਆ ਵੀ ਆਪਾਂ ਕੁਝ ਅਲੱਗ ਤੋਂ ਕਰੀਏ, ਅਤੇ ਅਲੱਗ ਤੋਂ ਸਾਨੂੰ ਇਹ ਚੀਜ਼ ਮਿਲੀ ਵੀ ਇੱਕ ਅਸੀਂ ਆਪਣੇ ਪੰਜਾਬ ਦੇ ਵਿੱਚ ਹੋਰ ਵੀ ਹੈਗਾ ਸਿਸਟਮ ਕਿਤੇ, ਉਹਨੂੰ ਵੇਖ ਕੇ, ਪਰ ਉਹਨੇ ਸਾਡਾ ਇੰਨਾ ਸਾਥ ਵਧੀਆ ਨਹੀਂ ਦਿੱਤਾ ਹੈਗਾ ਵੀ ਸਾਨੂੰ ਦੱਸਿਆ ਨਹੀਂ ਇਹਦੇ ਬਾਰੇ, ਪਰ ਉਹਨੂੰ ਵੇਖ ਕੇ ਜੋ ਸਾਡੇ ਦਿਮਾਗ 'ਚ ਆਇਆ, ਕੁਛ ਅਸੀਂ ਆਪਦੇ ਦਿਮਾਗ ਨੂੰ ਉਸ ਤਰ੍ਹਾਂ ਜੋ ਕਮਾਂਡ ਦਿੱਤੀ, ਅਤੇ ਅਸੀਂ ਇਹ ਜਿਹੜਾ ਆਪੇ ਸਿਸਟਮ ਜਿਹੜਾ ਤਿਆਰ ਕਰਵਾਇਆ ਅਤੇ ਜੀਰੇ ਤੋਂ ਕਰਵਾਇਆ ਹੈਗਾ। ਉਸ ਤੋਂ ਬਾਅਦ 'ਚ ਮਸ਼ੀਨਾਂ ਲਾਈਆਂ ਅਤੇ ਅਸੀਂ ਜਿਹੜਾ ਇਹ ਜੂਸ ਜਿਹੜਾ ਦੇਣਾ ਸ਼ੁਰੂ ਕੀਤਾ। ਔਰ ਅਸੀਂ ਸੋਚਿਆ ਸੀਗਾ ਵੀ ਸ਼ਾਇਦ ਇਹਨੂੰ ਚੱਲਣ ਲੱਗਿਆਂ ਟਾਈਮ ਲੱਗੇਗਾ, ਪਰ ਨਹੀਂ, ਉਹ ਪ੍ਰਮਾਤਮਾ ਨੇ ਸਾਨੂੰ ਨਾਲ ਦੀ ਨਾਲ ਹੀ ਜਿਹੜਾ ਬਹੁਤ ਵਧੀਆ ਰਿਸਪੌਂਸ ਦਿੱਤਾ ਹੈਗਾ। ਵੈਸੇ ਤਾਂ ਅਸੀਂ ਇਹੋ ਜਿਹੇ ਤਰੀਕੇ ਨਾਲ ਇਹਨੂੰ ਡਿਜ਼ਾਈਨ ਕੀਤਾ ਸੀ ਵੀ ਸਾਨੂੰ ਜਲੰਧਰ ਵਰਗੇ ਸ਼ਹਿਰ ਦੇ ਵਿੱਚ ਵੀ ਜਾਣਾ ਪਵੇ, ਅਸੀਂ ਜਾਣ ਵਾਸਤੇ ਤਿਆਰ ਹੈਗੇ ਹਾਂ ਵੀ ਉੱਥੇ ਲਾਵਾਂਗੇ, ਪਰ ਸਾਨੂੰ ਇੱਥੇ ਹੀ ਇਹੋ ਜਿਹਾ ਰਿਸਪੌਂਸ ਮਿਲਿਆ ਹੈਗਾ ਵੀ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈਗੀ, ਵੀ ਅਸੀਂ ਇੱਥੇ ਕੰਮ ਕਰਦੇ ਹਾਂ, ਲੋਕਾਂ ਨੂੰ ਇੱਕ ਵਧੀਆ ਚੀਜ਼ ਦਿੰਦੇ ਹਾਂ, ਫਰੈਸ਼ ਚੀਜ਼ ਦਿੰਦੇ ਹਾਂ, ਔਰ ਬਿਨਾਂ ਮਿਲਾਵਟ ਤੋਂ ਦਿੰਦੇ ਹਾਂ। ਅਸੀਂ ਜੱਗ ਵੀ ਜਿਹੜਾ
ਪਾਰਦਰਸ਼ੀ ਰੱਖਿਆ ਵੀ ਜਿਹੜਾ ਅਗਲੇ ਬੰਦੇ ਨੂੰ ਦਿਸੇ ਵੀ ਇਹ 'ਚ ਯਾਰ ਕੀ ਪੈਂਦਾ। ਵੀ ਅਸੀਂ ਇਸ ਜੂਸ ਦੇ ਵਿੱਚ ਨਾ ਤਾਂ ਬਰਫ਼ ਯੂਜ਼ ਕਰਦੇ ਹਾਂ, ਨਾ ਅਸੀਂ ਖੰਡ ਪਾਉਂਦੇ ਹਾਂ, ਨਾ ਕੋਈ ਅਸੀਂ ਰੰਗ ਪਾਉਂਦੇ ਹਾਂ। ਔਰ ਜਿੰਨੇ ਵੀ ਅਸੀਂ ਜੂਸ ਬਣਾਉਂਦੇ ਹਾਂ, ਚਾਹੇ ਸ਼ੇਕ ਬਣਾਉਂਦੇ ਹਾਂ, ਉਹਦੇ ਵਿੱਚ ਕੋਈ ਵੀ ਅਸੀਂ ਖੰਡ ਦੀ ਮਿਠਾਸ ਨਹੀਂ ਦਿੰਦੇ। ਅਸੀਂ ਗੰਨੇ ਦਾ ਰਸ ਉਹਦੇ ਵਿੱਚ ਮਿਲਾ ਕੇ ਉਹਦੀ ਮਿਠਾਸ ਜਿਹੜੀ ਉਹ ਪੂਰੀ ਕਰਦੇ ਹਾਂ ਤੇ ਉਵੇਂ ਦਿੰਦੇ ਹਾਂ। ਉਸ ਤੋਂ ਬਾਅਦ 'ਚ ਗੰਨਾ ਅਸੀਂ ਕੋਈ ਵਰਕਰ ਨਹੀਂ ਰੱਖਿਆ ਹੋਇਆ। ਸਾਰਾ ਗੰਨਾ ਜਿਹੜਾ ਆਪ ਉਹਨੂੰ ਕੱਟਦੇ ਹਾਂ, ਉਹਦੇ ਪੀਸ ਕਰਦੇ ਹਾਂ। ਜਿਹੜਾ ਖਰਾਬ ਗੰਨਾ ਉਹ ਅਸੀਂ ਵਿੱਚ ਯੂਜ਼ ਨਹੀਂ ਕਰਦੇ, ਉਹਨੂੰ ਬਾਹਰ ਕੱਢ ਦਿੰਦੇ ਹਾਂ। ਉਸ ਤੋਂ ਬਾਅਦ 'ਚ ਜਿਹੜਾ ਗੰਨੇ ਨੂੰ ਸਾਫ਼ ਕਰਨ ਵਾਸਤੇ, ਧੋਣ ਵਾਸਤੇ ਅਸੀਂ ਥੋੜ੍ਹੇ ਵਰਕਰ ਰੱਖੇ ਹੋਏ 2-3 ਜਾਣੇ, ਉਹ ਇਹਨੂੰ ਸਾਫ਼ ਕਰ ਦਿੰਦੇ, ਰੋਜ਼ ਦੀ ਰੋਜ਼ ਧੋ ਦਿੰਦੇ ਆ। ਜਦੋਂ ਰਾਤ ਨੂੰ ਅਸੀਂ ਜਾਂਦੇ ਘਰ ਸ਼ਾਮ ਨੂੰ, ਸਾਰੀਆਂ ਮਸ਼ੀਨਾਂ ਬਾਹਰ ਕੱਢ ਕੇ ਅਸੀਂ ਇਹਨਾਂ ਨੂੰ ਧੋਂਦੇ ਹਾਂ, ਸਾਫ਼ ਕਰਦੇ ਹਾਂ। ਬਰਤਨ ਸਾਫ਼ ਕਰਕੇ ਮੰਜਿਆਂ ਦੇ ਉੱਤੇ ਪਾ ਦਿੱਤੇ ਜਾਂਦੇ ਆ। ਉਸ ਤੋਂ ਬਾਅਦ 'ਚ ਅਸੀਂ ਕੀ ਕਰਦੇ ਹਾਂ ਵੀ ਮਸ਼ੀਨਾਂ ਦੁਬਾਰਾ ਇਹਦੇ ਵਿੱਚ ਰੱਖ ਦਿੰਦੇ ਹਾਂ ਤੇ ਜਿਹੜਾ ਸਾਡਾ ਗੰਨਾ ਤੇ ਫਰੂਟਸ ਹੁੰਦੇ ਨੇ ਉਹ ਫਰਿੱਜਾਂ ਦੇ ਵਿੱਚ ਲਾ ਦਿੱਤੇ ਜਾਂਦੇ ਆ ਰਾਤ ਨੂੰ। ਉਹ ਫਿਰ ਇਹਦੇ ਵਿੱਚ ਹੀ ਜਿਹੜੀਆਂ ਔਨ ਕਰਕੇ ਇਹਨਾਂ ਨੂੰ ਠੰਡਾ ਕੀਤਾ ਜਾਂਦਾ, ਚਿਲਡ ਕੀਤਾ ਜਾਂਦਾ। ਔਰ ਅਸੀਂ ਬਰਫ਼ ਦਾ ਕੰਮ ਵੀ ਉਹਦੇ ਤੋਂ ਹੀ ਲੈਂਦੇ ਹਾਂ ਤੇ ਮਿਠਾਸ ਦਾ ਕੰਮ ਅਸੀਂ ਗੰਨੇ ਤੋਂ ਲੈਂਦੇ ਹੈਗੇ। ਤੇ ਆ ਤੁਸੀਂ ਲਿਖਿਆ ਹੈ ਬਰਫ਼ ਵਾਲੀ ਗੱਲ ਦੁਬਾਰਾ ਇਹਦਾ ਹੋ ਵੀ ਬਰਫ਼ ਤੁਸੀਂ ਗਰਮੀ ਹੋਵੇ ਹਨਾ, ਬਹੁਤ ਸਾਰੇ ਲਗਭਗ ਹਰੇਕ ਜੂਸ ਵਾਲਾ ਬਰਫ਼ ਤਾਂ ਪਾਉਂਦਾ ਹੀ ਪਾਉਂਦਾ। ਬਰਫ਼ ਦਾ ਜਿਹੜਾ ਤੁਸੀਂ ਬਦਲ ਲੱਭਿਆ ਉਹ ਬਰਫ਼ ਦੱਸੋ। ਇਹ ਅਸੀਂ ਤਾਂ ਲੱਭਿਆ ਵੀ ਜਿਹੜੀ ਬਰਫ਼ ਹੁੰਦੀ ਹੈ, ਜਿਹੜੀ ਆਮ ਆਪਾਂ ਨੂੰ ਮਾਰਕੀਟ 'ਚ ਬਲੌਕ ਮਿਲਦੇ ਆ ਵੱਡੇ ਬਰਫ਼ ਦੇ, ਇਹ ਬਰਫ਼ ਜਿਹੜੀ ਆ ਅਸੀਂ ਇਹ ਸੋਚਿਆ ਕਿਉਂਕਿ ਅਸੀਂ ਹੈਲਥ ਦੇ ਨਾਲ 9 ਸਾਲ ਕੰਮ ਕੀਤਾ ਤੇ ਉਹਦੇ ਵਿੱਚ ਸਾਨੂੰ ਪਤਾ ਲੱਗਿਆ ਵੀ ਸਾਡੀ ਸਿਹਤ ਵਾਸਤੇ ਕਿਹੜੀ ਚੀਜ਼ ਚੰਗੀ ਹੈ ਤੇ ਕਿਹੜੀ ਮਾੜੀ ਹੈ। ਕਿਉਂਕਿ ਅੱਜ ਕੱਲ੍ਹ ਜਿਹੜਾ ਲੋਕ ਕਮਾਈ ਦੇ ਨਾਲ ਆਪਣੀ ਸਿਹਤ ਨੂੰ ਭੁੱਲ ਚੁੱਕੇ ਔਰ ਗਵਾ ਚੁੱਕੇ ਬਹੁਤ ਸਾਰੇ ਲੋਕ, ਜਿਹੜੀ ਕਿ ਕਦੇ ਵੀ ਦੁਬਾਰਾ ਵਾਪਸ ਨਹੀਂ ਮਿਲਦੀ। ਔਰ ਅਸੀਂ ਉਹਦੇ ਤੇ ਧਿਆਨ ਦੇ ਕੇ ਇਹ ਚੀਜ਼ਾਂ ਨੂੰ, ਕਿਉਂਕਿ ਬਰਫ਼ ਜਿਹੜੀ ਹੈਗੀ ਆ ਉਹ ਸਾਡੀ ਕਿਸੇ ਚੀਜ਼ ਨੂੰ ਠੰਡੀ ਲਾਉਣ ਵਾਸਤੇ ਤਾਂ ਠੀਕ ਹੈਗੀ, ਪਰ ਡਾਇਰੈਕਟ ਇਨਟੇਕ ਕਰਨ ਵਾਸਤੇ ਉਹ ਚੰਗੀ ਚੀਜ਼ ਨਹੀਂ ਹੈਗੀ, ਉਹ ਗਲਤ ਹੈ। ਇਹ ਚੀਜ਼ਾਂ ਸਾਨੂੰ ਪਤਾ ਸੀਗਾ, ਇਹਦਾ ਕਰਕੇ ਅਸੀਂ ਸੋਚਿਆ ਵੀ ਆਪਾਂ ਕੀ ਕਰਾਂਗੇ। ਤੇ ਦੋਸਤੋ ਅਸੀਂ ਭਰ ਗਰਮੀ ਦੇ ਵਿੱਚ ਵੀ ਅਸੀਂ ਬਰਫ਼ ਲੋਕਾਂ ਨੂੰ ਨਹੀਂ ਦਿੱਤੀ ਹੈਗੀ। ਉਦੋਂ ਵੀ ਅਸੀਂ ਇਸੇ ਤਰ੍ਹਾਂ ਫਰਿੱਜਾਂ ਦੇ ਵਿੱਚ ਜਿਹੜਾ ਗੰਨਾ ਠੰਡਾ ਲਾਉਂਦੇ ਰਹੇ, ਫਰੂਟ ਆਪਦਾ ਠੰਡਾ ਲਾ ਕੇ ਤੇ ਫਿਰ ਹੀ ਅਸੀਂ ਹੁਣ ਤਾਂ ਫਿਰ ਮੌਸਮ ਜਿਹੜਾ ਥੋੜਾ ਠੰਡਾ ਆ ਰਿਹਾ ਅੱਗੇ, ਹੁਣ ਜ਼ਿਆਦਾ ਲੋੜ ਪੈਂਦੀ ਨਹੀਂ ਹੈਗੀ, ਨਹੀਂ ਤਾਂ ਇਸੇ ਤਰ੍ਹਾਂ ਹੀ ਸਿਸਟਮ ਜਿਹੜਾ ਆਪਦਾ ਇਹ ਚਲਾਇਆ ਹੈਗਾ ਸੀਗਾ। ਬਾਈ ਜੀ ਆਪਣਾ ਕੀ ਨਾਮ ਹੈ? ਮੇਰਾ ਨਾਮ ਅੰਗਰੇਜ਼ ਸਿੰਘ ਹੈ ਜੀ। ਪਹਿਲਾਂ ਤਾਂ ਫੌਜੀ ਸਾਹਿਬ ਨੇ ਸਾਨੂੰ ਦੱਸਿਆ ਹੈ ਕਿ ਬਾਈ ਪੜ੍ਹਿਆ ਲਿਖਿਆ ਵੱਧਾ ਹੈ ਹੈਨਾ, ਕੀ ਕੁਝ ਕੀਤਾ ਹੋਇਆ ਆਪਾਂ ਨੇ? ਮੈਂ ਜੀ ਪਹਿਲਾਂ +2 ਕਰੀ, ਉਸ ਤੋਂ ਬਾਅਦ ਇੰਗਲਿਸ਼ ਸਟੈਨੋ ਸੀਗਾ, ਫਿਰ ਗ੍ਰੈਜੂਏਸ਼ਨ ਕੰਪਲੀਟ ਕੀਤੀ ਔਰ ਉਸ ਤੋਂ ਬਾਅਦ ਆਪਦੀ ਜਿਹੜੀ ਮਾਸਟਰ ਡਿਗਰੀ ਮੈਂ ਸ਼ੁਰੂ ਕੀਤੀ ਸੀ ਕਿਉਂਕਿ ਫੈਮਿਲੀ ਦੇ ਫਾਈਨੈਂਸ਼ੀਅਲ ਹਾਲਾਤ ਜਿਹੜੇ ਉਹ ਜ਼ਿਆਦਾ ਕੋਈ ਵਧੀਆ ਨਹੀਂ ਸੀਗੇ ਔਰ ਨਾਲ ਦੀ ਨਾਲ ਫਿਰ ਜੌਬ ਸ਼ੁਰੂ ਕੀਤੀ ਔਰ ਇਸੇ ਤਰੀਕੇ ਨਾਲ ਫਿਰ ਚੱਲਦੇ ਜੌਬ ਤੋਂ ਬਾਅਦ ਉਸ ਸਿਸਟਮ ਦੇ ਨਾਲ ਜੁੜ ਗਏ। ਫਿਰ ਉਸ ਤੋਂ ਬਾਅਦ ਜਦੋਂ ਸਾਰਾ ਸਿਸਟਮ ਉਹ ਕਲੈਸਪ ਹੋਇਆ ਤੇ ਅੱਜ ਜਿਹੜਾ ਹੈਗਾ ਇਸ ਪਾਸੇ ਵੱਲ ਜਿਹੜਾ ਅਸੀਂ ਹੋਏ ਹਾਂ। ਬਾਈ ਜੀ ਇੰਗਲਿਸ਼ ਸਟੈਨੋ ਗ੍ਰੈਜੂਏਸ਼ਨ ਬਹੁਤ ਸਾਰੇ ਨੌਜਵਾਨ ਪੀੜ੍ਹੀ ਕਰੀ ਫਿਰਦੀ ਹੈ ਜੀ ਬਿਲਕੁਲ, ਪਰ ਉਹਨਾਂ ਦਾ ਉਲਾਂਭਾ ਜਿਹਾ ਲੱਗਦਾ ਹੁੰਦਾ ਹੈ ਵੀ ਉਹ ਯਾਰ ਕਹਿੰਦੇ ਨਹੀਂ ਵੀ ਸਾਨੂੰ ਅਸੀਂ ਕੀ ਕੰਮ ਕਰੀਏ, ਉਹ ਤਾਂ ਬਸ ਕੈਪਟਨ ਵਾਲੀ ਜਿਹੜੀ ਘਰ ਨੌਕਰੀ ਹੈ ਉਹਨੂੰ ਉਡੀਕੀ ਜਾ ਰਹੇ ਨੇ। ਉਹਨਾਂ ਨੂੰ ਕੀ ਕਹਾਂਗੇ ਆਪਾਂ? ਉਹਨਾਂ ਨੂੰ ਜੀ ਇਹੀ ਚੀਜ਼ ਹੈ ਜੀ, ਵੇਖੋ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਉੱਤਮ ਖੇਤੀ, ਮੱਧਮ ਵਪਾਰ, ਨਖਿੱਧ ਚਾਕਰੀ। ਹੁਣ ਉਹ ਚੀਜ਼ਾਂ ਸੀਗੀਆਂ ਕਿਤੇ ਨਾ ਕਿਤੇ ਅਸੀਂ ਵੀ ਉਸ ਰੇਸ ਦੇ ਵਿੱਚ ਸੀਗੇ, ਪਰ ਉਹ ਜਿਵੇਂ ਕਹਿੰਦੇ ਨਾ ਵੀ ਔਲੇ ਦਾ ਖਾਧਾ ਤੇ ਸਿਆਣੇ ਦਾ ਕਿਹਾ ਬਾਅਦ ਚ ਸਮਝ ਆਉਂਦੀ, ਵੀ ਹੌਲੀ ਹੌਲੀ ਚੀਜ਼ਾਂ ਨੂੰ ਰੀਅਲਾਈਜ਼ ਕੀਤਾ ਵੀ ਜੋ ਸਾਨੂੰ ਸਾਡੀ ਐਗਰੀਕਲਚਰ ਦੇ ਸਕਦੀ ਹੈ, ਜੋ ਸਾਨੂੰ ਓਨਰਸ਼ਿਪ ਦੇ ਸਕਦੀ ਹੈ, ਉਹ ਜੌਬ ਦੇ ਵਿੱਚ ਸਾਨੂੰ ਕਿਧਰੇ ਵੀ ਨਹੀਂ ਮਿਲਣੀਗੀ। ਜਿਹੜਾ ਬੰਦਾ 10 ਲੱਖ ਰੁਪਇਆ ਵੀ ਲੈਂਦਾ ਉਹ ਫਿਰ ਵੀ ਨੌਕਰੀ ਹੀ ਕਰ ਰਿਹਾ, ਨੌਕਰ ਹੀ ਹੈ। ਔਰ ਮੈਂ ਉਹਨੂੰ ਮਾੜਾ ਨਹੀਂ ਕਹਿ ਰਿਹਾ, ਪਰ ਕਹਿਣ ਦਾ ਮਤਲਬ ਇਹ ਹੈ ਵੀ ਜਿਹੜਾ ਤੁਹਾਡਾ ਵਰਕਿੰਗ ਸਟਾਈਲ ਆ ਆਪਣੇ ਕੰਮ ਦੇ ਵਿੱਚ ਤੇ ਜੌਬ ਦੇ ਵਿੱਚ ਉਹ ਡਿਫਰੈਂਸ ਰਹਿੰਦਾ ਹੀ ਰਹਿੰਦਾ ਹੈਗਾ। ਸੋ ਚਲੋ ਇੱਥੇ ਆ ਕੇ ਇਸ ਸਿਸਟਮ ਦੇ ਵਿੱਚ ਥੋੜ੍ਹੀ ਸਾਡੇ ਕੋਲ ਜ਼ਮੀਨ ਆ, ਅਸੀਂ ਉਹਦੇ ਵਿੱਚ ਜਿਹੜੇ ਆਪਦੀਆਂ ਫਸਲ ਨੂੰ ਪੈਦਾ ਕਰਕੇ ਮਤਲਬ ਅਸੀਂ ਡਾਇਰੈਕਟ ਸੈਲਿੰਗ ਦੇ ਵਿੱਚ ਆਏ ਹਾਂ। ਅਸੀਂ ਆਪਦੀ ਉਪਜ ਨੂੰ ਪੈਦਾ ਕਰਕੇ ਡਾਇਰੈਕਟ ਮਾਰਕੀਟਿੰਗ ਅਸੀਂ ਲੋਕਾਂ ਤੱਕ ਕਰ ਰਹੇ ਹਾਂ। ਅਸੀਂ ਜਿਹੜਾ ਗੰਨਾ ਹੁਣ ਇਸ ਤੋਂ ਅੱਗੇ ਆਪਣਾ ਬੀਜਿਆ ਉਹਨੂੰ ਲੋਕਾਂ ਤੱਕ ਲੈ ਕੇ ਜਾਵਾਂਗੇ। ਤੇ ਬਾਕੀ ਅਸੀਂ TS ਮੈਦਾਨ ਜੀ ਨੇ ਬਹੁਤ ਵਧੀਆ ਉਹ ਮਤਲਬ ਚੰਗਾ ਮੈਸੇਜ ਦਿੰਦੇ ਨੇ ਉਹ ਲੋਕਾਂ ਨੂੰ ਮਾਈਂਡ ਮੇਕਅਪ ਦੇ ਲਈ। ਉਹਨਾਂ ਦੀ ਇੱਕ ਕੁਆਇਟ ਸੀਗਾ, ਕਹਿੰਦੇ ਜਾਂ ਤੁਸੀਂ ਆਪਦੀ ਈਗੋ ਨੂੰ ਫੀਡ ਕਰ ਲਓ ਜਾਂ ਆਪਣੀ ਫੈਮਿਲੀ ਨੂੰ ਫੀਡ ਕਰ ਲਓ। ਔਰ ਮੈਂ ਇਸ ਅੱਜ ਤੱਕ ਜੋ ਹੁਣ ਤੱਕ ਦੀ ਲਾਈਫ ਦਾ ਰਿਹਾ ਮਤਲਬ ਟਰਾਈ ਕਰਕੇ ਅੱਜ 15-16 ਲੱਖ ਰੁਪਏ ਦਾ ਲੋਨ ਆ ਮੇਰੇ ਉੱਤੇ। ਔਰ ਮੈਂ ਇੱਕ ਚੀਜ਼ ਨੂੰ ਸਮਝਦਾ ਕਿ ਅੱਜ ਅਸੀਂ ਇਸ ਕੰਮ ਨੂੰ ਸ਼ੁਰੂ ਕੀਤਾ, ਇੱਥੇ ਸਾਡੀ ਇਨਵੈਸਟਮੈਂਟ ਹੋਈ ਆ, ਸਾਡੇ ਸੁਪਨੇ ਜੁੜੇ ਨੇ, ਸਭ ਕੁਝ ਇੱਥੇ ਹੈ ਮੇਰੇ ਨਾਲ। ਕਿਉਂਕਿ ਜਿੰਨਾ ਚਿਰ ਮੇਰੇ ਕੋਲ ਵੇਅਰ ਦੇਅਰ ਇਜ਼ ਅ ਵਿਲ ਦੇਅਰ ਇਜ਼ ਅ ਵੇ, ਜਦ ਤੱਕ ਮੇਰੇ ਕੋਲ ਮੰਜ਼ਿਲ ਹੀ ਨਹੀਂ ਮੈਂ ਕੰਮ ਕਿੱਦਾਂ ਕਰਾਂਗਾ। ਜੇ ਮੇਰੇ ਕੋਲ ਟਾਰਗੇਟਸ ਨੇ ਤਾਂ ਮੈਂ ਇਸ ਕੰਮ ਨੂੰ ਕਰ ਰਿਹਾ। ਔਰ ਮੇਰੀ ਕਿਸੇ ਬੰਦੇ ਨਾਲ ਪਰਸੋਂ ਚੌਥੇ ਵੀ ਗੱਲ ਹੋ ਰਹੀ ਸੀ, ਕਿਉਂਕਿ ਦੇਖੋ ਕੰਮ ਨੂੰ ਸ਼ਿੱਦਤ ਨਾਲ ਕਰਨਾ ਇਹ ਤੁਹਾਡੇ ਅਧਿਕਾਰ ਖੇਤਰ 'ਚ ਹੁੰਦਾ ਹੈ, ਔਰ ਕੰਮ ਦੇ ਵਿੱਚ ਸਫਲਤਾ ਪਾਉਣੀ ਇਹ ਤੁਹਾਡੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਹੁੰਦਾ। ਔਰ ਮੈਂ ਉਸ ਨਾਲ ਗੱਲ ਚੱਲਦੀ ਸੀ ਕੰਮਾਂ ਕਾਰਾਂ ਨੂੰ ਲੈ ਕੇ, ਮੈਂ ਕਿਹਾ ਵੀਰ ਜੀ ਦੇਖੋ 15-16 ਲੱਖ ਦਾ ਲੋਨ ਲੈ ਕੇ 9 ਸਾਲ ਜਿਹੜੀਆਂ 10 ਸਾਲ ਚੱਲੇ ਆ, ਵਧੀਆ ਲਗਜ਼ਰੀਜ਼ ਕਾਰਾਂ ਸੀਗੀਆਂ, ਵਰਨਾ ਕਾਰ ਮੇਰੇ ਕੋਲ ਆਪਦੀ ਪਰਸਨਲ ਸੀਗੀ ਉੱਥੇ। ਔਰ ਉਹ ਚੀਜ਼ਾਂ ਨੂੰ ਉਹ ਸਾਰੀ ਲਾਈਫ ਨੂੰ ਛੱਡ ਕੇ ਇਸ ਪਾਸੇ ਆਏ ਆ
ਔਰ ਮੈਂ ਇਹ ਸ਼ੁਰੂ ਕੀਤਾ ਜ਼ੀਰੋ ਤੋਂ, ਔਰ ਅੱਗੇ ਵੀ ਕੁਝ ਜ਼ੀਰੋ ਤੋਂ ਦੁਬਾਰਾ ਸ਼ੁਰੂ ਕਰਨਾ ਪਵੇ ਤਾਂ ਆਪਾਂ ਉਸ ਚੀਜ਼ ਦੇ ਲਈ ਵੀ ਰੈਡੀ ਹਾਂ, ਕਿਉਂਕਿ ਜੇ ਜਿੱਤਣਾ ਆ ਤਾਂ ਆਖਰੀ ਬਾਲ ਤੱਕ ਖੇਡਣਾ ਪੈਣਾ, ਜੋ ਮੈਂ ਆਪਦੀ ਲਾਈਫ ਦਾ ਐਕਸਪੀਰੀਅੰਸ। ਜ਼ਿੰਦਗੀ ਦੀ ਜੰਗ ਉਹੀ ਜਿੱਤਦੇ ਨੇ ਜਿਹੜੇ ਅੰਤ ਤੱਕ ਹਾਰਦੇ ਨਹੀਂ ਹੈਗੇ। ਅੱਛਾ, ਤੁਸੀਂ ਗੱਲ ਕਰੀ ਗੰਨੇ ਦੀ, ਹੋਰ ਵੀ ਕੁਝ ਜਿਹੜੀ ਫਸਲ ਦੇ ਵਿੱਚ ਤੁਸੀਂ ਦੇਖੋ ਬਹੁਤ ਸਾਰੇ ਲੋਕਾਂ ਦਾ ਹੁਣ ਦੇਖੋ ਸਰਕਾਰਾਂ ਪ੍ਰਤੀ ਵੀ ਰੋਸ ਹੈ। ਸਰਕਾਰਾਂ ਕੋਈ ਦੂਜੀਆਂ ਕਣਕ ਝੋਨੇ ਤੋਂ ਬਿਨਾਂ, ਨਰਮੇ ਤੋਂ ਬਿਨਾਂ ਕੋਈ ਹੋਰ ਬਦਲ ਨਹੀਂ ਦਿੰਦੀਆਂ ਹੈਗੀਆਂ। ਕਹਿੰਦੀਆਂ ਹੈਗੀਆਂ ਨੇ ਕਿਸਾਨਾਂ ਲਈ, ਪਰ ਕਰਦੀਆਂ ਕੁਝ ਨਹੀਂ ਹੈਗੀਆਂ। ਤੁਸੀਂ ਫਿਰ ਇਹਦਾ ਕੀ ਬਦਲ ਲੱਭ ਲਿਆ ਹੁਣ ਤੱਕ? ਅਸੀਂ ਦੇਖੋ ਜੀ ਇਹ ਚੀਜ਼ਾਂ ਲੈ ਕੇ ਆਏ, ਜਿਸ ਤਰ੍ਹਾਂ ਹੁਣ ਅਸੀਂ ਗੰਨੇ ਨੂੰ ਅਸੀਂ ਇੱਧਰ ਕਰ ਲਿਆ, ਗੰਨੇ ਲਈ ਸਾਡੇ ਕੋਲ ਸਾਰਾ ਸੈਟਅਪ ਰੈਡੀ ਹੈਗਾ। ਉਸ ਤੋਂ ਬਾਅਦ ਅਸੀਂ ਗੁੜ ਸ਼ੱਕਰ ਲੈ ਕੇ ਆਵਾਂਗੇ। ਸਰਦੀ ਦੇ ਵਿੱਚ ਲੋਕਾਂ ਦੀ ਬਹੁਤ ਡਿਮਾਂਡ ਆ ਸਾਡੇ ਤੋਂ, ਕਿਉਂਕਿ ਲੋਕਾਂ ਨੂੰ ਪਤਾ ਹੈ, ਕਿਉਂਕਿ ਦੇਖੋ ਕੁਆਲਿਟੀ ਮੇਨਟੇਨ ਕਰਨੀ ਸਾਡੀ ਮਜਬੂਰੀ ਵੀ ਆ ਤੇ ਜ਼ਰੂਰੀ ਵੀ ਆ। ਜ਼ਰੂਰੀ ਤਾਂ ਆ ਕਿ ਅਸੀਂ ਸਾਰੇ ਹਿਊਮਨ ਬੀਇੰਗ ਆ। ਮੈਂ ਕਿਸੇ ਨੂੰ ਗਲਤ ਚੀਜ਼ ਦੇਵਾਂਗਾ, ਮੇਰੀ ਫੈਮਿਲੀ ਨੂੰ ਕੋਈ ਹੋਰ ਕਿਤੇ ਗਲਤ ਚੀਜ਼ ਦੇ ਰਿਹਾ ਹੋਏਗਾ। ਇਹ ਪਹਿਲਾਂ ਹੀ ਇਹ ਆ। ਦੂਜੀ ਗੱਲ ਇਹ ਆ, ਮਜਬੂਰੀ ਸਾਡੀ ਇਸ ਕਰਕੇ ਆ ਕਿ ਅਸੀਂ ਪੰਜਾਬ ਨੂੰ ਬਿਲੋਂਗ ਕਰਦੇ ਹਾਂ, ਅਸੀਂ ਗੁਰੂਆਂ ਪੀਰਾਂ ਦੀ ਧਰਤੀ ਤੇ ਖੜੇ ਹਾਂ। ਇੱਥੇ ਸਾਨੂੰ ਵੈਸੇ ਹੀ ਸੱਚ ਤੇ ਚੱਲਣ ਦਾ ਜਿਹੜਾ ਹੈਗਾ ਉਹ ਸਾਨੂੰ ਸੰਦੇਸ਼ ਦਿੱਤਾ ਗੁਰੂ ਨਾਨਕ ਸਾਹਿਬ ਨੇ, ਜਾਂ ਜਿੰਨੇ ਵੀ ਸਾਡੇ ਪੀਰ ਪੈਗੰਬਰ ਹੋਏ ਨੇ। ਤਾਂ ਇਸ ਕਰਕੇ ਅਸੀਂ ਜਿਹੜੀ ਕੁਆਲਿਟੀ ਹੈ ਇੱਧਰੋਂ, ਉਸ ਤੋਂ ਬਾਅਦ ਅਸੀਂ ਅੱਗੇ ਚੱਲ ਕੇ ਜਿਵੇਂ ਦਾਲਾਂ ਲੈ ਕੇ ਆਵਾਂਗੇ, ਕਿਉਂਕਿ ਦੇਖੋ ਜਦੋਂ ਤੁਹਾਡੇ ਤੇ ਦੇਣਦਾਰੀ ਹੁੰਦੀ ਹੈ ਨਾ ਜੀ, ਉਦੋਂ ਤੁਹਾਨੂੰ ਜਿਵੇਂ ਅੱਜ ਕੱਲ੍ਹ ਆੜ੍ਹਤੀਏ ਨੂੰ ਪਿੱਛੇ ਕੱਢਣ ਨੂੰ ਫਿਰਦੇ ਆ, ਉਹਨਾਂ ਚਿਰ ਸਾਨੂੰ ਅਸੀਂ ਉਨੀ ਕੁ ਫਸਲ ਸਾਡੀ ਉੱਥੇ ਫਸੀ ਰਹਿ ਗਈ ਕਿ ਅਸੀਂ ਆੜ੍ਹਤੀਏ ਨੂੰ ਦਿਖਾ ਕੇ ਉਹਦਾ ਸਰਕਲ ਕਮਾ ਸਕੀਏ। ਬਾਕੀ ਸਾਰੀ ਫਸਲ ਜਿਹੜੀ ਅਸੀਂ ਆਪਦੀ ਹੈ ਉਹ ਅਸੀਂ ਇਸ ਟਰਾਲੀ ਦੇ ਨਾਲ ਜੋੜ ਦਿੱਤੀ। ਸਾਡੇ ਤਿੰਨਾਂ ਬੰਦਿਆਂ ਕੋਲੇ 5.5 ਕਿੱਲੇ ਅੰਦਾਜ਼ਨ ਜਗ੍ਹਾ ਹੈਗੀ ਹੈ, ਔਰ ਸਾਡਾ ਟਾਰਗੇਟ, ਮੇਰਾ ਟਾਰਗੇਟ ਇਹ ਸੀਗਾ ਕਿ ਅਸੀਂ ਉਹ ਜਿਹੜੀ 5.5 ਕਿੱਲਿਆਂ ਦੀ ਫਸਲ ਹੈ ਨਾ, ਉਹ ਅਸੀਂ ਇਸ ਤੁਸੀਂ ਤਿੰਨਾਂ ਕੋਲ 5.5 ਕਹਿ ਰਹੇ ਹੋ? ਜੀ। ਤਿੰਨਾਂ ਕੋਲ 5.5 ਕਿੱਲੇ ਨੇ? ਹਾਂਜੀ। ਤਾਂ ਉਹਦੀ ਜਿਹੜੀ ਉਪਜ ਆ, ਉਹਦੀ ਜਿਹੜੀ ਫਸਲ ਆ, ਅਸੀਂ ਇਸ ਚੈਨਲ ਤੋਂ ਜਿਹੜੀ ਲੋਕਾਂ ਤੱਕ ਮਾਰਕੀਟਿੰਗ ਕਰਨੀ ਚਾਹੁੰਦੇ, ਇਹ ਸਾਡਾ ਟਾਰਗੇਟ ਹੈ। ਜੋ ਰਿਜ਼ਲਟਸ ਨੇ ਉਹ ਤਾਂ ਫਿਰ ਤੁਸੀਂ ਆਪ ਹੀ ਜਾਣਦੇ ਹੋ। ਜੇ 5.5 ਕਿੱਲਿਆਂ ਦੀ ਜੀ ਫਸਲ ਆ ਜਿਹੜੀ ਅਸੀਂ ਇੱਥੋਂ ਕੱਢ ਲਈ, ਤੁਸੀਂ ਆਪ ਅੰਦਾਜ਼ਾ ਲਗਾ ਲਓ ਵੀ ਕੀ ਬਣ ਜਾਏਗਾ ਉਹਦਾ। ਮਤਲਬ ਜੋ ਅਸੀਂ ਸਾਰੀਆਂ ਚੀਜ਼ਾਂ ਲੈ ਕੇ ਚੱਲ ਰਹੇ, ਬਹੁਤ ਵਧੀਆ ਲਾਈਫ ਸਟਾਈਲ ਇੱਥੇ ਸਾਨੂੰ ਮਿਲ ਸਕਦਾ। ਬਾਈ ਜੀ, ਆਪਣਾ ਕੀ ਨਾਮ ਹੈ? ਕੁਲਜੀਤ ਸਿੰਘ। ਪਹਿਲਾਂ ਤਾਂ ਤਿੱਕੜੀ ਬਾਰੇ ਦੱਸੋ ਵੀ ਇਹ ਤਿੱਕੜੀ ਦਾ ਮੇਲ ਕਿਵੇਂ ਹੋਇਆ? ਮੇਲ ਇਸ ਤੋਂ ਪਹਿਲਾਂ ਤਾਂ ਅਸੀਂ 2013 ਵਿੱਚ ਸਾਡਾ ਮੇਲ ਹੋਇਆ, ਇੱਕ ਨੈਟਵਰਕਿੰਗ ਕੰਪਨੀ ਦੇ ਵਿੱਚ ਸਾਡਾ ਮੇਲ ਹੋਇਆ। ਅਸੀਂ ਕਿਸੇ ਨੂੰ ਨਹੀਂ ਜਾਣਦੇ ਸੀਗੇ, ਪਰ ਅੱਜ ਮਹਾਰਾਜ ਦੀ ਇੰਨੀ ਕਿਰਪਾ 2021 ਚੱਲਦਾ ਪਿਆ, ਸਾਡੇ ਪਰਿਵਾਰਕ ਰਿਲੇਸ਼ਨ ਹਰੇਕ ਦੀ ਗਮੀ ਖੁਸ਼ੀ ਦੇ ਵਿੱਚ ਅਸੀਂ ਜਾਂਦੇ ਆਉਂਦੇ ਹਾਂ। ਫਿਰ ਲੋਕਡਾਊਨ ਹੋਇਆ, ਲੋਕਡਾਊਨ ਦੇ ਵਿੱਚ ਸਾਰਾ ਜੋ ਅਸੀਂ ਕੰਪਨੀ 'ਚ ਕੰਮ ਕਰਦੇ ਸੀ ਖਤਮ ਹੋ ਗਿਆ ਇੱਕ ਵਾਰੀ। ਫਿਰ ਬੈਠੇ ਨੇ ਇਹੀ ਸੋਚਿਆ ਵੀ ਇਹ ਬੜੇ ਵਧੀਆ ਸਾਡੇ ਪਰਿਵਾਰਕ ਰਿਲੇਸ਼ਨ ਕਿਵੇਂ ਨਾ ਕਿਵੇਂ ਉਵੇਂ ਸੇਮ ਰਹਿਣ। ਉਸ ਨੂੰ ਲੈ ਕੇ ਕਾਫੀ ਸਰਚ ਕੀਤਾ ਵੀ ਕੋਈ ਇਹੋ ਜਿਹਾ ਕੰਮ ਕੀਤਾ ਜਾਵੇ ਵੀ ਅਸੀਂ ਤਿੰਨੇ ਇਕੱਠੇ ਵੀ ਹੋ ਜਾਈਏ ਅਤੇ ਕੰਮ ਵੀ ਵਧੀਆ ਹੋਵੇ। ਫਿਰ ਸਰਚ ਕਰਦੇ ਇੱਕ ਅਸੀਂ ਕਨਸੈਪਟ ਤਿਆਰ ਕੀਤਾ, ਜਿਹਦੇ ਕਰਕੇ ਅੱਜ ਇਕੱਠੇ ਵੀ ਹਾਂ, ਖੁਸ਼ ਵੀ ਹਾਂ ਅਤੇ ਇਨਕਮ ਵੀ ਚੰਗੀ ਹੈ ਸਾਨੂੰ ਇੱਥੋਂ। ਬਾਈ ਜੀ, ਕੀ ਮੰਨ ਸਕਦੇ ਆ? ਦੇਖੋ ਨਾ, ਹੁਣ ਜਿਹੜੇ ਸਾਹਮਣੇ ਬੈਠੇ ਦਰਸ਼ਕ ਨੇ, ਜਿਹੜੇ ਤੋਂ ਇਸ ਵੀਡੀਓ ਨੂੰ ਦੇਖਣਗੇ ਹਨਾ, ਉਹ ਤਾਂ ਇਹ ਸੋਚਣਗੇ ਵੀ 3 ਜਣੇ ਨੇ, ਇੱਕ ਗੱਡੀ ਹੈ, ਤੇ ਇਹਦੇ ਵਿੱਚੋਂ ਤਿੰਨਾਂ ਦੇ ਘਰ ਪਲਦੇ ਹੋਣਗੇ। ਸੱਚ ਦੱਸੋ ਵੀ ਇੰਨੀ ਕੁ ਇਨਕਮ ਹੋ ਜਾਂਦੀ ਹੈ ਤਾਂ ਕਿ ਕੋਈ ਨਾ ਕੋਈ ਬੰਦਾ ਹੋਰ ਇਸ ਪਾਸੇ ਉਦਮ ਕਰੇ ਤੇ ਆਪਦੇ ਘਰ ਦੀ ਜਿਹੜੀ ਰੁਜ਼ਗਾਰ ਰੋਜੀ ਰੋਟੀ ਹੈ ਉਹ ਚਲਾਵੇ। ਬਾਈ ਜੀ, ਕੀ ਮੰਨਦੇ ਆਪਾਂ ਕਿੰਨਾ ਕੁ ਜਿਹੜਾ ਇਨਕਮ ਜੇ ਦਿਨ ਦੀ ਸੋਚੀਏ ਵੀ ਇੰਨੀ ਕੁ ਦਿਹਾੜੀ ਪੈ ਜਾਂਦੀ ਹੈ? ਜੋ ਪ੍ਰਾਈਵੇਟ ਸੈਕਟਰ ਦੀ ਜੌਬ ਆ, ਉਹਨੂੰ ਅਸੀਂ ਇਹਨੂੰ ਚਲਾ ਕੇ ਹੁਣ ਵੀ ਅਸੀਂ ਕਰਕੇ ਜਿਹੜਾ ਹੈਗਾ ਉਹ ਕਰ ਰਹੇ ਹਾਂ। ਜਿਹੜੀ ਪ੍ਰਾਈਵੇਟ ਸੈਕਟਰ ਦੀ ਜੌਬ ਆ 15-20 ਹਜ਼ਾਰ ਰੁਪਏ ਦੀ ਸਾਨੂੰ ਡਿਵਾਈਡ ਕਰਕੇ ਇੰਨੇ ਪੈਸੇ ਆ ਜਾਂਦੇ ਆ। ਉਸ ਤੋਂ ਬਾਅਦ ਦੇਖੋ ਜੀ, ਅਸੀਂ ਅਜੇ ਪਹਿਲਾਂ ਸਾਡਾ ਪਲਾਨ ਇਹ ਸੀ ਕਿ ਅਸੀਂ ਗੰਨਾ ਆਪਦਾ ਲੈ ਕੇ ਆਈਏ, ਫਿਰ ਇਸ ਕਨਸੈਪਟ ਜਿਹੜਾ ਲੈ ਕੇ ਆਈਏ। ਪਰ ਹੁਣ ਤੱਕ ਅਸੀਂ ਗੰਨਾ ਮੁੱਲ ਲਿਆ, ਪਰ ਇਸ ਤੋਂ ਬਾਅਦ ਸਾਨੂੰ ਗੰਨਾ ਮੁੱਲ ਨਹੀਂ ਲੈਣਾ ਪਊਗਾ, ਔਰ ਜਿਹੜੀ ਇਹ ਇਨਕਮ ਆ ਉਹ ਵਧੂਗੀ ਅੱਗੇ ਚੱਲ ਕੇ। ਕਿਉਂਕਿ ਜਦੋਂ ਸਾਡੀ ਉਪਜ ਆਪਣੀ ਹੋ ਜਾਏਗੀ, ਜਿਹੜਾ ਹੁਣ ਸਾਨੂੰ 500 ਰੁਪਏ ਨੂੰ 700 ਨੂੰ ਅਸੀਂ 1300 ਰੁਪਏ ਨੂੰ ਕੁਆਂਟਲ ਗੰਨਾ ਵੀ ਇੱਥੋਂ ਲੈ ਕੇ ਕੱਢਿਆ ਹੋਇਆ, ਕਿਉਂਕਿ ਅਸੀਂ ਕੁਆਲਿਟੀ ਤੇ ਕਦੇ ਵੀ ਕੰਪਰੋਮਾਈਜ਼ ਨਹੀਂ ਕਰਦੇ ਕਿ ਚਾਹੇ ਸਾਡੀ ਪਾਕਟ ਦੇ ਵਿੱਚ ਇਨਕਮ ਘੱਟ ਪੈਂਦੀ ਹੋਵੇ। ਅੱਜ ਵੀ ਅਸੀਂ ਸਿਰਫ ਲੋਕੀ ਮਾਰਕੀਟ ਦੇ ਵਿੱਚ 60% ਉਹਨਾਂ ਦੀ 70% ਉਹਨਾਂ ਦੀ ਇਨਕਮ ਆ, ਪ੍ਰੋਫਿਟ ਆ, ਬਟ ਅਸੀਂ ਉਲਟਾ ਚਲਾ ਰਹੇ, ਅਸੀਂ 40% ਮਾਰਜਨ ਤੇ ਹੀ ਇੱਥੇ ਜਿਹੜਾ ਹੈਗਾ ਉਹ ਕੰਮ ਕਰ ਰਹੇ। ਔਰ ਬਹੁਤ ਵਧੀਆ ਸਾਡਾ ਜਿਹੜਾ ਹੈਗਾ ਸਿਸਟਮ ਜੋ ਸਟਾਰਟਿੰਗ ਦੇ ਵਿੱਚ ਹੁੰਦਾ ਉਹ ਸਾਡੇ ਕੋਲੇ ਆ ਗਿਆ, ਔਰ ਅਗਲੇ ਸਾਲ ਜਿਹੜਾ 2022 ਆਏਗਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਦੇ ਨਾਲ ਔਰ ਸਾਡੀ ਮਿਹਨਤ ਦੇ ਨਾਲ ਔਰ ਸਾਰੇ ਭੈਣ ਭਰਾਵਾਂ ਦੀ ਆਸ਼ੀਰਵਾਦ ਨਾਲ ਬਹੁਤ ਵਧੀਆ ਇਨਕਮ ਅਸੀਂ ਅੱਗੇ ਲੈ ਕੇ ਜਾਵਾਂਗੇ। ਕੋਈ ਵੀ ਇਨਸਾਨ ਆ ਜਦੋਂ ਜਿਹੜਾ ਕੋਈ ਕੰਮ ਕਰਦਾ ਹੈ, ਉਹਨੂੰ ਕਿਹੜੀਆਂ ਗੱਲਾਂ ਦਾ, ਜਿਹੜਾ ਤੁਸੀਂ ਵੀ ਦੇਖੋ ਬਹੁਤ ਸੋਹਣੇ ਗਲਾਸ ਨੇ ਜਿਹੜੇ ਤੁਸੀਂ ਅਗਲੇ ਨੂੰ ਹਨਾ ਰੱਖਦੇ ਹੋ ਪਰੋਸ ਕੇ, ਕਿਉਂਕਿ ਜੋ ਦਿਖਦਾ ਫਿਰ ਉਹੀ ਵਿਕਦਾ ਗਾ ਹਨਾ। ਤੁਸੀਂ ਆਪ ਖੁਦ ਮਿਹਨਤ ਕਰਦੇ ਹੋ, ਆਪ ਤਿੰਨੇ ਜਣੇ ਆਪ ਸਾਰਾ ਕੁਝ ਕੰਮ ਕਰਦੇ ਹੋ ਹਨਾ। ਕੀ ਸਲਾਹ ਦੇਣਾ ਚਾਹੋਗੇ ਕਿ ਤੁਸੀਂ ਜੇ ਕੰਮ ਵੀ ਕਰਦੇ ਹੋ ਤਾਂ ਘੱਟੋ ਘੱਟ ਇਹਨਾਂ ਗੱਲਾਂ ਦਾ ਜਿਹੜਾ ਖਾਸ ਖਿਆਲ ਰੱਖਣਾ ਚਾਹੀਦਾ ਹੈ? ਅਸੀਂ ਜੀ ਇਹਦੇ ਵਿੱਚ ਇਹ ਸੋਚਿਆ ਵੀ ਇੱਕ ਤਾਂ ਚੀਜ਼ ਜਿਹੜੀ ਲੋਕਾਂ ਨੂੰ ਵਧੀਆ ਦਿੱਤੀ ਜਾਵੇ, ਦੂਜਾ ਹੁਣ ਜਿਹੜਾ ਇਸ ਟਾਈਮ ਚੱਲ ਰਿਹਾ, ਜਿਹੜਾ ਸਮਾਂ ਚੱਲ ਰਿਹਾ
ਵੀ ਜਿਵੇਂ ਬਿਮਾਰੀ ਬਹੁਤ ਜ਼ਿਆਦਾ ਜਿਹੜੀ ਹੈ, ਇੱਕ ਦੂਜੇ ਨੂੰ ਆਪਾਂ ਨੂੰ ਗਲਾਵਜ਼ ਪਾ ਕੇ ਜਾਂ ਮੂੰਹ ਦੇ ਉੱਤੇ ਮਾਸਕ ਲੈ ਕੇ ਚੱਲਣਾ ਦੀ ਲੋੜ ਹੈ। ਤੇ ਉੱਥੇ ਆਪਾਂ ਨੂੰ ਇਹ ਵੀ ਦੇਖਣਾ ਪਏਗਾ ਯਾਰ ਵੀ ਆਪਾਂ ਕਿਸੇ ਨੂੰ ਚੀਜ਼ ਦੇਣੀ ਹੈ, ਉਹਨੂੰ ਇੱਕ ਸਾਫ਼ ਬਰਤਨ ਦੇ ਵਿੱਚ ਦਿੱਤੀ ਜਾਵੇ। ਉਹਦੇ ਵਾਸਤੇ ਅਸੀਂ ਇੱਕ ਚੰਗੇ ਕੁਆਲਿਟੀ ਵਾਲੇ ਜਿਹੜੇ ਗਲਾਸ ਲੱਭੇ ਆ, ਉਹਦੇ ਉੱਤੇ ਜਿਹੜਾ ਉਹਦੇ ਢੱਕਣ ਦੇ ਕੇ ਵਿੱਚ ਉਹਦੇ ਪਾਈਪ ਅਸੀਂ ਪਾ ਕੇ ਜਿਹੜੀ ਉਹ ਚੀਜ਼ ਦਿੰਦੇ ਹੈਗੇ ਆ। ਉਹਦੇ ਵਿੱਚ ਵੀ ਸਾਡਾ ਜਿਹੜਾ ਉਹ ਇਹਨਾਂ ਕਰਕੇ ਜਿਹੜੀ ਹੈ ਕਮਾਈ ਜੇ ਵਧਾਉਣ ਵਾਲੀ ਅਸੀਂ ਹੋਈਏ ਤਾਂ ਧੋ ਕੇ ਗਲਾਸ ਉਹੀ ਦੇਈਏ ਤਾਂ ਉੱਥੇ ਆਪਣਾ ਖਰਚਾ ਨਹੀਂ ਹੁੰਦਾ। ਇਹਦੇ ਤਕਰੀਬਨ ਜਿਹੜਾ 5.5 ਤੋਂ 6 ਰੁਪਏ ਜਿਹੜਾ ਸਾਡਾ ਗਲਾਸ ਚੱਲ ਜਾਂਦਾ ਵੀ ਇਹ ਸਾਰੀਆਂ ਚੀਜ਼ਾਂ ਵਿੱਚੋਂ ਹੀ ਜਾਂਦੀਆਂ ਹੈਗੀਆਂ। ਪਰ ਫਿਰ ਵੀ ਅਸੀਂ ਠੀਕ ਹਾਂ, ਅਸੀਂ ਸੰਤੁਸ਼ਟ ਹਾਂ ਵੀ ਅਸੀਂ ਕਿਸੇ ਨੂੰ ਵਧੀਆ ਚੀਜ਼ ਦਿੰਦੇ ਹਾਂ ਤੇ ਉਹ ਸਾਡੀ ਤਾਰੀਫ ਕਰਕੇ ਇੱਥੋਂ ਜੋ ਜਾਂਦਾ ਤੇ ਸਾਰਾ ਕੁਝ ਸਾਨੂੰ ਮਿਲ ਜਾਂਦਾ ਵੀ ਸਾਨੂੰ ਖੁਸ਼ੀ ਮਿਲਦੀ ਹੈ। ਦੂਜਾ ਬਹੁਤ ਸਾਰੇ ਜਿਹੜੇ ਆ ਸਾਡੇ ਆਪਦੇ ਖਰਚੇ ਉਹ ਅਸੀਂ ਮੈਨੇਜ ਕਰ ਲਏ ਹੋਏ ਆ ਵੀ ਜਿਹੜਾ ਅਸੀਂ ਕਿਸੇ ਵਰਕਰ ਨੂੰ ਦੇਣਾ ਜਾਂ ਕਿਸੇ ਕਾਰੀਗਰ ਨੂੰ ਦੇਣਾ, ਉਹ ਅਸੀਂ ਕੰਮ ਨੂੰ ਆਪ ਸਿੱਖਿਆ, ਆਪ ਕੀਤਾ ਹੈ ਔਰ ਅਸੀਂ ਤਿੰਨੇ ਹੀ ਆਪ ਸਾਰੀ ਮਿਹਨਤ ਕਰਦੇ ਹਾਂ। ਔਰ ਅੱਗੇ ਜਾ ਕੇ ਸਾਡੀ ਇਹ ਵੀ ਸੋਚ ਹੈ ਵੀ ਜਦੋਂ ਸਾਡਾ ਕੰਮ ਵੱਧਦਾ ਹੈ ਤੇ ਅਸੀਂ ਕਿਸੇ ਹੋਰ ਨੂੰ ਵੀ ਰੁਜ਼ਗਾਰ ਦੇ ਪਾਈਏ, ਵੀ ਇਹਦੇ ਥਰੂ ਅਸੀਂ ਜੋ ਕਿਸੇ ਨੂੰ ਕੰਮ ਦੇ ਸਕੀਏ ਅਸੀਂ ਦੇ ਸਕਦੇ ਹਾਂ ਇਹਦੇ 'ਚ, ਤੇ ਉਹ ਵੀ ਅਸੀਂ ਜਿਹੜਾ ਅੱਗੇ ਸੋਚਦੇ ਹੈਗੇ। ਇਸ ਤਰ੍ਹਾਂ ਹੀ ਚੱਲ ਰਿਹਾ। ਬੇਸ਼ੱਕ ਸਾਡੀ ਜਿਹੜੀ ਐਜੂਕੇਸ਼ਨ ਹੈ ਇਸ ਤਰ੍ਹਾਂ ਦੀ ਨਹੀਂ ਬਣਾਈ ਗਈ ਤੱਕ ਵੀ ਕੋਈ ਬੱਚਾ ਆਪਦੀ ਸਕਿੱਲ ਡਿਵੈਲਪਮੈਂਟ ਕਰ ਸਕੇ, ਰੁਜ਼ਗਾਰ ਕਮਾ ਸਕੇ। ਇਹ ਤੁਹਾਡੇ ਸਾਹਮਣੇ ਇੱਕ ਛੋਟੀ ਜੀ, ਪਰ ਛੋਟੀ ਨਹੀਂ ਪਰ ਬਹੁਤ ਵੱਡੀ ਇੱਕ ਉਦਾਹਰਨ ਹੈ, ਜਿਹੜੇ ਖੁਦ ਵੈਲ ਐਜੂਕੇਟਡ ਪਰਸਨ ਨੇ ਤੇ ਆਪਣੇ ਘਰ ਪਰਿਵਾਰ ਚਲਾਉਣ ਦੇ ਲਈ ਇੱਕ ਚੰਗਾ ਉਪਰਾਲਾ ਕਰ ਰਹੇ ਨੇ। ਤੇ ਖੇਤੀ ਦਾ ਦੂਜਾ ਬਦਲ, ਜਿਹੜਾ ਖੇਤੀ ਦਾ ਦੂਜਾ ਬਦਲ ਹੈ ਉਹ ਵੀ ਇਹਨਾਂ ਨੇ ਆਪਣੇ ਆਪ ਵੀ ਅਸੀਂ ਆਪ ਹੀ ਬੀਜਾਂਗੇ ਤੇ ਉਹਦਾ ਮੰਡੀਕਰਨ ਜਿਹੜਾ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਅਸੀਂ ਖੁਦ ਹੀ ਕਰਾਂਗੇ। ਬਹੁਤ ਖੁਸ਼ੀ ਹੋਈ ਇਸ ਵੀਡੀਓ ਨੂੰ ਤੁਸੀਂ ਦੇਖ ਕੇ। ਇਹਨਾਂ ਬਾਈਆਂ ਨਾਲ ਜੀਰੇ ਕੋਲ ਇਹ ਗੱਡੀ ਆਪਣੀ ਲਾਉਂਦੇ ਨੇ, ਇੱਥੇ ਆ ਕੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ, ਜਾਣਕਾਰੀ ਲੈ ਸਕਦੇ ਹੋ। ਸੋ ਬਣੇ ਰਹੋ ਸਿਰਲੇਖ ਦੇ ਨਾਲ। ਸ਼ੁਕਰੀਆ।